ਸਤਿ ਜੀ। ਮੈਂ ਚਰਨਜੀਤ ਸਿੰਘ ਇਸ ਵਕਤ ਮੇਰੇ ਨਾਲ ਮੌਜੂਦ ਨੇ ਜਥੇਦਾਰ ਹਵਾਰਾ ਕਮੇਟੀ ਦੇ ਮੈਂਬਰ, ਬਹੁਤ ਹੀ ਸਰਗਰਮ ਭੂਮਿਕਾ ਨਿਭਾਉਣ ਵਾਲੇ, ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਖੇਤਰ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਰੱਖਣ ਵਾਲੇ ਪ੍ਰੋਫੈਸਰ ਬਲਜਿੰਦਰ ਸਿੰਘ। ਖਾਲਸਾ ਕਾਲਜ ਅੰਮ੍ਰਿਤਸਰ ਦੇ ਰਿਟਾਇਰਡ ਪ੍ਰੋਫੈਸਰ, ਸਿੱਖ ਸੰਘਰਸ਼ ਨੂੰ ਬਹੁਤ ਨੇੜੇ ਹੋ ਕੇ ਵੇਖਣ ਵਾਲੇ ਔਰ ਸਿੱਖ ਚਿੰਤਕਾਂ ਦੇ ਵਿੱਚ ਇੱਕ ਵੱਖਰਾ ਮੁਕਾਮ ਰੱਖਣ ਵਾਲੇ ਪ੍ਰੋਫੈਸਰ ਬਲਜਿੰਦਰ ਸਿੰਘ ਨਾਲ ਗੱਲ ਕਰਦੇ ਹਾਂ ਕਿਸਾਨ ਮੋਰਚੇ ਦੇ ਬਾਰੇ ਵਿੱਚ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ। ਇੱਕ ਲੰਮਾ ਸਮਾਂ ਹੋ ਗਿਆ ਕਿ ਉਹ ਆਪਣੇ ਹੱਕਾਂ ਦੀ ਗੱਲ ਕਰ ਰਹੇ, ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਤੁਹਾਨੂੰ ਕੀ ਲੱਗਦਾ ਕਿ ਕੇਂਦਰ ਸਰਕਾਰ ਕਦੀ ਕਿਸਾਨਾਂ ਦੀ ਮੰਨੇਗੀ? ਦੇਖੋ, ਸਰਕਾਰ ਭਾਵੇਂ ਭਾਜਪਾ ਦੀ ਹੋਏ, ਭਾਵੇਂ ਸਰਕਾਰ ਕਾਂਗਰਸ ਦੀ ਹੋਏ, ਕੇਂਦਰ ਸਰਕਾਰ ਦਾ ਰਵੱਈਆ ਤੇ ਵਿਸ਼ੇਸ਼ ਤੌਰ ਤੇ ਦਿੱਲੀ ਦਾ ਰਵੱਈਆ ਹੱਕੀ ਮੰਗਾਂ ਦੇ ਪ੍ਰਤੀ ਜਦ ਕਦੀ ਵੀ ਆਵਾਜ਼ ਬੁਲੰਦ ਹੋਈ ਹੈ, ਵਿਸ਼ੇਸ਼ ਤੌਰ ਤੇ ਪੰਜਾਬ ਅਤੇ ਸਿੱਖਾਂ ਦੇ ਲਈ ਇੱਕ ਵਿਤਕਰੇ ਵਾਲਾ ਸੁਭਾਅ ਰਿਹਾ। ਇਹ ਵਰਤਾਰਾ ਜਿਹੜਾ ਹੈ ਨਾ ਦਿੱਲੀ ਦਾ, ਉਹ ਹਮੇਸ਼ਾ ਹੀ ਇਸ ਤਰੀਕੇ ਦਾ ਰਿਹਾ ਹੈ ਕਿ ਸਿੱਖਾਂ ਨੂੰ ਕੋਈ ਵੀ ਗੱਲ ਮਨਾਉਣ ਵਾਸਤੇ ਇੱਕ ਜਦੋਜਹਿਦ ਕਰਨੀ ਪੈਂਦੀ ਹੈ, ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਔਰ ਆਪਣੀ ਗੱਲ ਮਨਾਉਣ ਵਾਸਤੇ ਜਿਹੜਾ ਹੈ ਉਹ, ਕਿਉਂਕਿ ਸਿੱਖ ਦਾ ਸੁਭਾਅ ਤਰਲੇ ਮਾਰਨ ਵਾਲਾ ਨਹੀਂ ਹੈ। ਸਿੱਖ ਜਿਹੜਾ ਹੈ ਨਾ, ਆਪਣੀ ਅਣਖ ਤੇ ਗੈਰਤ ਨੂੰ ਕਦੀ ਵੀ ਗਿਰਵੀ ਪਾ ਕਰਕੇ ਆਪਣੇ ਹੱਕਾਂ ਦੀ ਲੜਾਈ ਨਹੀਂ ਲੜਦਾ। ਤੋ ਅੱਜ ਵੀ ਜਿਹੜਾ ਇਹ ਕਿਸਾਨ ਅੰਦੋਲਨ ਚੱਲ ਰਿਹਾ, ਇਹ ਬਿੱਲ ਪਾਸ ਹੋਣ ਦੇ ਬਾਅਦ, ਆਰਡੀਨੈਂਸਿਸ ਪਾਸ ਹੋਣ ਦੇ ਬਾਅਦ, ਜਦ ਦੇਖਿਆ ਜਾਏ ਕਿ ਤਕਰੀਬਨ ਹਰ ਸੂਬੇ ਦੇ ਕਿਸਾਨ ਥੋੜ੍ਹੀ ਬਹੁਤਾ ਆਪਣਾ ਰੋਸ ਪ੍ਰਦਰਸ਼ਨ ਕਰਨ ਦੇ ਬਾਅਦ ਸੌਂ ਗਏ ਸੀਗੇ। ਲੇਕਿਨ ਪੰਜਾਬ ਦੀ ਧਰਤੀ, ਗੁਰੂਆਂ ਦੀ ਧਰਤੀ, ਸ਼ਹੀਦਾਂ ਦੀ ਧਰਤੀ, ਔਰ ਇੱਥੇ ਚੱਪੇ ਚੱਪੇ ਤੇ ਖੂਨ ਡੁੱਲਿਆ ਹੋਇਆ ਸ਼ਹੀਦ ਸਿੰਘਾਂ ਦਾ। ਇਸ ਮਿੱਟੀ ਦੀ ਖੁਸ਼ਬੂ ਹੀ ਕੋਈ ਐਸੀ ਹੈ, ਇਸ ਮਿੱਟੀ ਦੀ ਬਰਕਤ ਐਸੀ ਹੈ, ਇਸ ਤੇ ਧਰਤੀ ਦਾ ਪਾਣੀ ਜਿਹੜਾ ਹੈ ਉਹ ਐਸਾ ਹੈ ਕਿ ਜੋ ਸਾਨੂੰ ਅਣਖ ਤੇ ਗੈਰਤ ਦੇ ਨਾਲ, ਸਵੈਮਾਨ ਨਾਲ ਜੀਉਣ ਦੀ ਸਾਨੂੰ ਇੱਕ ਜਾਚ ਸਿਖਾਉਂਦਾ ਹੈ, ਇੱਕ ਐਸੀ ਜੁਗਤ ਦਿੰਦਾ ਹੈ ਕਿ ਭਈ ਤੁਸੀਂ ਆਪਣੇ ਹੱਕਾਂ ਦੀ ਗੱਲ ਕਰਨੀ ਹੈ। ਕਿਉਂਕਿ ਇਹ ਜੋ ਬਰਾਬਰਤਾ ਦੀ ਗੱਲ ਹੈ ਨਾ, ਜਿਹੜੀ ਬਰਾਬਰਤਾ ਦੀ ਗੱਲ, ਇਹ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਈ। ਜੇ ਅਸੀਂ ਸੰਗਤ ਦੀ ਗੱਲ ਕਰਦੇ ਹਾਂ, ਪੰਗਤ ਦੀ ਗੱਲ ਕਰਦੇ ਹਾਂ, ਉੱਥੇ ਹੀ ਬਰਾਬਰਤਾ ਦੀ ਗੱਲ ਹੈ। ਜੇਕਰ ਔਰਤ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਹੈ, ਉੱਥੇ ਹੀ ਬਰਾਬਰਤਾ ਦੀ ਗੱਲ ਹੈ। ਸੋ ਇੱਕ ਇਕੁਐਲਿਟੀ ਦਾ ਜਿਹੜਾ ਕਨਸੈਪਟ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਹੈ ਨਾ, ਉਸ ਇਕੁਐਲਿਟੀ ਦੇ ਵਿੱਚ ਨਾਲ ਸਾਨੂੰ ਨਿਰਭਉ ਤੇ ਨਿਰਵੈਰ ਦੀ ਜਾਚ ਸਿਖਾਈ ਹੈ। ਸਿੱਖ ਕਦੀ ਵੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਉਹ ਰਾਦਰ ਵੈਰ ਕਮਾਉਣ ਵਾਲੇ ਦਾ ਮੂੰਹ ਬੰਦਾ ਹੈ। ਆਪ ਨਿਰਵੈਰ ਹੈ। ਔਰ ਇੱਥੇ ਤੱਕ ਕਿ ਆਪਣੇ ਨਾਲ ਨਹੀਂ, ਜਿਸ ਲਈ ਉਹ ਮਨੁੱਖਤਾ ਦੇ ਵਿੱਚ, ਵੱਖ-ਵੱਖ ਕੌਮਾਂ ਦੇ ਵਿੱਚ ਇਹੋ ਜਿਹਾ ਵਰਤਾਰਾ ਵੇਖਦਾ ਹੈ ਕਿ ਵੀ ਲੋਕਾਂ ਦੇ ਨਾਲ ਅਗਰ ਕਿਸੇ ਪ੍ਰਕਾਰ ਦਾ ਕੋਈ ਵੈਰ ਹੋ ਰਿਹਾ ਹੈ, ਕਿਸੇ ਪ੍ਰਕਾਰ ਦਾ ਬੇਇਨਸਾਫੀ ਹੋ ਰਹੀ ਹੈ, ਤਾਂ ਇਸ ਨੂੰ ਗੁਰੂ ਨਾਨਕ ਸਾਹਿਬ ਤੋਂ ਪ੍ਰੇਰਣਾ ਮਿਲਦੀ ਹੈ, ਮੂਲ ਮੰਤਰ ਤੋਂ ਪ੍ਰੇਰਣਾ ਮਿਲਦੀ ਹੈ, ਨਿਰਭਉ ਤੇ ਨਿਰਵੈਰ। ਪ੍ਰੋਫੈਸਰ ਸਾਹਿਬ, ਤੁਸੀਂ ਆਰਥਿਕ ਮਾਮਲਿਆਂ ਬਾਰੇ ਮਾਹਿਰ ਹੋ। ਇਹਨਾਂ ਖੇਤੀ ਬਿੱਲਾਂ ਦਾ ਕਿਸਾਨ ਦੀ ਆਰਥਿਕਤਾ ਦੇ ਉੱਤੇ ਕੀ ਅਸਰ ਪਵੇਗਾ? ਮਾਫ ਕਰਨਾ, ਇਹਨਾਂ 3 ਬਿੱਲਾਂ ਦਾ ਕੇਵਲ ਕਿਸਾਨ ਦੀ ਆਰਥਿਕਤਾ ਤੇ ਨਹੀਂ, ਬਲਕਿ ਸਮਾਜ ਦੇ ਹਰ ਵਰਗ ਦੀ ਆਰਥਿਕਤਾ ਦੇ ਉੱਤੇ ਇਹਦਾ ਅਸਰ ਪੈਣਾ ਹੈ। ਕੀ ਅਸਰ ਪਵੇਗਾ? ਮੈਂ ਦੱਸਦਾ ਜੀ। ਪਹਿਲੀ ਗੱਲ ਤਾਂ ਇੱਕ ਡਾਇਰੈਕਟ ਇੰਪੈਕਟ ਹੈ, ਇੱਕ ਇਨਡਾਇਰੈਕਟ ਇੰਪੈਕਟ ਹੈ। ਇਹ 3 ਬਿੱਲਾਂ ਦਾ ਮੈਂ ਮਸਲਨ ਦੇ ਤੌਰ ਤੇ ਗੱਲ ਕਰਦਾ ਕਿ ਇਹ 3 ਬਿੱਲਾਂ ਦੇ ਵਿੱਚ ਇੱਕ ਇਹਦਾ ਜਿਹੜਾ ਬਾਹਰੀ ਸਰੂਪ ਹੈ ਉਹ ਬੜਾ ਔਰਨਾਮੈਂਟਲ ਹੈ। ਔਰਨਾਮੈਂਟਲ ਦਾ ਭਾਵ ਬੜਾ ਆਕਰਸ਼ਕ ਹੈ, ਦੇਖਣ ਦੇ ਵਿੱਚ ਬੜਾ ਚੰਗਾ ਲੱਗਦਾ ਕਿ ਯਾਰ ਇਹਦੇ ਵਿੱਚ ਤਾਂ ਕਿਸਾਨਾਂ ਦੀ ਪ੍ਰੋਟੈਕਸ਼ਨ ਦੀ ਗੱਲ ਕੀਤੀ ਗਈ ਹੈ, ਕਿਸਾਨਾਂ ਦੀ ਪ੍ਰਮੋਸ਼ਨ ਦੀ ਗੱਲ ਕੀਤੀ ਗਈ ਹੈ, ਕਿਸਾਨਾਂ ਦੀ ਐਮਪਾਵਰਮੈਂਟ ਦੀ ਗੱਲ ਕੀਤੀ ਗਈ ਹੈ, ਕਿਸਾਨਾਂ ਦੇ ਜਿਹੜੇ ਪ੍ਰੋਡਕਟ ਨੇ, ਪ੍ਰੋਡਿਊਸ ਹੈ,
ਉਹਦੀ ਫੇਅਰ ਪ੍ਰਾਈਸਿਸ ਨੂੰ ਐਸ਼ੋਰ ਕੀਤਾ ਗਿਆ। ਅਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਇਹ ਤਰਜੀਮਾਂ ਕਰਤੀਆਂ ਗਈਆਂ ਨੇ। ਬਾਹਰੋਂ ਦੇਖਣ 'ਚ ਬੜਾ ਸੋਹਣਾ ਲੱਗਦਾ, ਔਰਨਾਮੈਂਟਲ ਹੈ, ਲੇਕਿਨ ਜਿਸਲੇ ਇਹਦੇ ਅੰਦਰ ਵੜਦੇ ਹਾਂ ਫਿਰ ਤੁਹਾਡੇ ਸਵਾਲ ਦਾ ਜਵਾਬ ਹੈ ਇਹਦੇ ਵਿੱਚੋਂ। ਉਹ ਕੀ ਹੈ ਕਿ ਕਿਸਾਨ ਜਿਹੜਾ ਹੈ ਇਨ ਡਿਊ ਕੋਰਸ ਆਫ ਟਾਈਮ ਮਤਲਬ ਸਮਾਂ ਪਾ ਕੇ ਕਿਸਾਨ ਜਿਹੜਾ ਹੈ ਆਪਣੀ ਜ਼ਮੀਨ ਹੀ ਗਵਾ ਬੈਠੇਗਾ। ਉਹ ਕਿਸ ਤਰ੍ਹਾਂ? ਉਹ ਮੈਂ ਤੁਹਾਨੂੰ ਦੱਸਦਾ ਜੀ। ਕਿਸਾਨ ਇਸ ਪ੍ਰਕਾਰ ਨਾਲ ਜ਼ਮੀਨ ਆਪਣੀ ਗਵਾ ਬੈਠੇਗਾ, ਜਿਹੜੀ ਕੰਟਰੈਕਟ ਫਾਰਮਿੰਗ ਦਾ ਕਨਸੈਪਟ ਹੈ ਇਹਦੇ ਵਿੱਚ। ਉਸ ਕੰਟਰੈਕਟ ਫਾਰਮਿੰਗ ਦੇ ਹੇਠ ਜਿਸ ਵੇਲੇ ਕੰਟਰੈਕਟ ਤੁਹਾਡੇ ਨਾਲ ਹੋ ਗਿਆ, ਉਸ ਕੰਟਰੈਕਟ ਦੇ ਹੇਠ ਸਮਾਂ ਪਾ ਕਰਕੇ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਗਿਰਵੀ ਵੀ ਪੈ ਜਾਣੀ ਹੈ ਤੇ ਉਸ ਨੂੰ ਛੁਡਾਉਣਾ ਤੁਸੀਂ ਹੈ। ਪ੍ਰੋਡਿਊਸ ਜਿਹੜਾ ਹੈ ਉਹ ਜਾ ਕਰਕੇ ਕਾਰਪੋਰੇਟ ਸੈਕਟਰ ਨੇ ਖਰੀਦ ਲੈਣਾ। ਨੈਚੁਰਲੀ ਕੀ ਹੋਏਗਾ ਕਿ ਤੁਸੀਂ ਆਪਣੀ ਜ਼ਮੀਨ ਹੀ ਗਵਾ ਬੈਠੋਗੇ। ਕੱਲ੍ਹ ਨੂੰ ਜਿਹੜਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਕਿ 1955 ਵਿੱਚ ਬਣਿਆ ਸੀਗਾ, 1955 'ਚ, ਔਰ ਉਸ ਅਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਕੁਝ ਆਈਟਮਾਂ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਗਈਆਂ ਨੇ ਕਿ ਹਾਂ ਬਈ ਇਹ ਆਈਟਮ ਅਸੈਂਸ਼ੀਅਲ ਕਮੋਡਿਟੀਜ਼ ਐਕਟ ਵਿੱਚ ਆਉਂਦੀਆਂ ਨੇ। ਹੁਣ ਉਹਦੇ ਵਿੱਚੋਂ ਜਿਹੜਾ ਹੈ ਕਿ ਕਣਕ, ਝੋਨਾ, ਇਹ ਆਈਟਮਾਂ ਬਾਹਰ ਕੱਢਤੀਆਂ ਗਈਆਂ। ਇਹਦਾ ਮਤਲਬ ਹੋ ਗਿਆ ਕਿ ਇਹਨਾਂ ਨੂੰ ਇਜਾਜ਼ਤ ਹੋ ਗਈ ਪ੍ਰਾਈਵੇਟ ਪਲੇਅਰਸ ਨੂੰ ਕਿ ਉਹ ਆਪਣਾ ਪ੍ਰੋਡਿਊਸ ਖਰੀਦ ਕੇ ਹੋਰਡਿੰਗ ਕਰ ਸਕਦੇ ਨੇ। ਹੁਣ ਹੋਰਡਿੰਗ ਕਰਨ ਦੇ ਬਾਅਦ ਉਸ ਨੂੰ ਕਿਸੇ ਵੀ ਰੂਪ ਦੇ ਵਿੱਚ ਆਪਣੀ ਮਰਜ਼ੀ ਮੁਤਾਬਕ ਆਪਣੇ ਪ੍ਰਾਈਸਿਸ ਖੁਦ ਡਿਟਰਮਿਨ ਕਰਕੇ ਡਿਮਾਂਡ ਐਂਡ ਸਪਲਾਈ ਨੂੰ ਧਿਆਨ ਰੱਖਦੇ ਨਹੀਂ, ਬਲਕਿ ਬਲੈਕ ਮਾਰਕੀਟਿੰਗ ਆਪਣੇ ਤੌਰ 'ਤੇ ਪ੍ਰਾਈਸਿਸ ਨਿਰਧਾਰਿਤ ਕਰਨਗੇ। ਜਿਹੜੀ ਚੀਜ਼ ਅੱਜ ਤੁਹਾਨੂੰ ਮਾਰਕੀਟ ਦੇ ਵਿੱਚੋਂ 20 ਰੁਪਏ ਕਿਲੋ ਮਿਲ ਰਹੀ ਹੈ, ਕੱਲ੍ਹ ਨੂੰ ਜਿਸ ਵੇਲੇ ਅਸੈਂਸ਼ੀਅਲ ਕਮੋਡਿਟੀਜ਼ ਐਕਟ ਵਿੱਚ ਤੁਸੀਂ ਆ ਗਏ ਤਾਂ ਅਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਇਹ ਗੈਰ ਕਾਨੂੰਨੀ ਨਹੀਂ ਹੋਏਗਾ ਇਹਨਾਂ ਦੀ ਹੋਰਡਿੰਗ ਕਰਨਾ। ਨੈਚੁਰਲੀ ਕੀ ਹੋਏਗਾ, ਅਮੀਰ ਘਰਾਣਿਆਂ ਨੇ ਇਹਦੀ ਹੋਰਡਿੰਗ ਕਰ ਲੈਣੀ ਹੈ। ਉਹਦੇ ਵਾਸਤੇ ਗੋਦਾਮ ਹਰਿਆਣੇ ਵਿੱਚ ਵੀ ਬਣ ਗਏ, ਪੰਜਾਬ ਵਿੱਚ ਵੀ ਬਣ ਗਏ। ਐਕਟ ਬਣਨ ਤੋਂ ਪਹਿਲਾਂ ਹੀ ਗੋਦਾਮ ਬਣੇ ਨੇ। ਸੋ ਤੁਸੀਂ ਇਹਦੇ ਨੂੰ ਅੰਦਾਜ਼ਾ ਲਗਾਓ ਕਿ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਨੀਅਤ ਬੜੀ ਖੋਟੀ ਹੈ। ਉਹ ਕੇਵਲ ਤੇ ਕੇਵਲ ਇਹ ਸਰਕਾਰ ਮਜ਼ਦੂਰਾਂ ਵਾਸਤੇ, ਕਿਸਾਨਾਂ ਵਾਸਤੇ, ਆਮ ਬੰਦਿਆਂ ਵਾਸਤੇ ਨਹੀਂ ਕਿ ਇਹ ਕੇਵਲ ਤੇ ਕੇਵਲ ਹੈਗੀ ਹੈ ਅਮੀਰ ਘਰਾਣਿਆਂ ਵਾਸਤੇ, ਅੰਬਾਨੀ ਅਡਾਨੀ ਵਾਸਤੇ। ਸੋ ਕਿਸਾਨ ਜਿਹੜੇ ਇਹ ਅੰਦੋਲਨ ਕਰ ਰਹੇ ਨੇ ਇਹ ਬਿਲਕੁਲ ਆਪਣੇ ਤੌਰ ਤੇ ਜਸਟੀਫਾਈਡ ਨੇ। ਹੁਣ ਤੁਹਾਨੂੰ ਪਤਾ ਹੋਏਗਾ ਇਸ ਗੱਲ ਦਾ ਕਿ ਜਿਹੜੀਆਂ ਹੁਣ ਤੱਕ 11 ਮੀਟਿੰਗਾਂ ਹੋ ਚੁੱਕੀਆਂ ਨੇ, 11 ਮੀਟਿੰਗਾਂ ਦੇ ਵਿੱਚ ਹਰ ਮੀਟਿੰਗ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਆਨਸਰਲੈਸ ਕੀਤਾ। ਸਾਰੀ ਗੱਲਾਂ ਸਮਝਾ ਚੁੱਕੇ ਨੇ। ਸਰਕਾਰ ਦੇ ਕੋਲ ਕਿਸਾਨ ਜਥੇਬੰਦੀਆਂ ਦੀ ਜਿਹੜਾ ਹੈ ਸਵਾਲਾਂ ਦੇ ਜਵਾਬ ਨਹੀਂ ਹੈਗੇ। ਔਰ ਉਹਦੇ ਬਾਵਜੂਦ ਵੀ ਕੇਵਲ ਤੇ ਕੇਵਲ ਅੜੀਅਲਪਨ ਹੈ, ਢੀਠਪਣਾ ਹੈਗਾ, ਜਿਹਦੇ ਅਧੀਨ ਸਰਕਾਰ ਕਹਿੰਦੀ ਹੈ ਕਿ ਅਸੀਂ ਇਹ ਤਿੰਨੋਂ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਕਰਾਂਗੇ। ਪ੍ਰੋਫੈਸਰ ਸਾਹਿਬ, ਇਹ ਜਿਹੜੇ ਕਾਨੂੰਨ ਅਗਰ ਲਾਗੂ ਹੋ ਜਾਂਦੇ ਦੇਸ਼ ਦੀ ਆਰਥਿਕਤਾ ਦਾ ਕੀ ਹੋਏਗਾ? ਦੇਖੋ, ਦੇਸ਼ ਦੀ ਆਰਥਿਕਤਾ 'ਤੇ ਇਹਦਾ ਅਸਰ ਹੋਏਗਾ ਕਿ ਅਮੀਰ ਹੋਰ ਅਮੀਰ ਹੋਏਗਾ। ਜਿਹੜਾ ਕਾਰਪੋਰੇਟ ਘਰਾਣਾ ਹੈ ਉਹ ਮੋਨੋਪੋਲਿਸਟਿਕ ਬਣ ਜਾਏਗਾ। ਮਤਲਬ ਉਹਨਾਂ ਕੋਲ ਸਾਰੀ ਮੰਡੀਆਂ ਦਾ, ਸਾਰੇ ਖਣਿਜ ਪਦਾਰਥਾਂ ਦਾ ਅਧਿਕਾਰ ਆ ਜਾਏਗਾ। ਹੋਰ ਜਿਹੜਾ ਗਰੀਬ ਹੈ ਉਹ ਗਰੀਬ ਹੋ ਜਾਏਗਾ। ਅੱਜ ਪੰਜਾਬ ਦੇ ਵਿੱਚ ਕੀ ਹੈਗਾ ਕਿ ਜਿਹੜਾ 80% ਕਿਸਾਨ ਹੈ ਨਾ, ਰਾਦਰ ਮੋਰ ਦੈਨ 80%, ਉਹਨਾਂ ਕੋਲ 5 ਕਿੱਲੇ ਤੋਂ ਘੱਟ ਦੀ ਹੋਲਡਿੰਗ ਹੈ। 5 ਕਿੱਲੇ ਤੋਂ ਘੱਟ ਦੀ ਹੋਲਡਿੰਗ ਹੈ। ਤਾਂ ਨਤੀਜਾ ਕੀ ਨਿਕਲੇਗਾ ਕਿ ਇੱਕ ਕਿਸਾਨ ਪਹਿਲਾਂ ਹੀ ਜਿਹੜਾ ਕਿ ਕਰਜ਼ਿਆਂ ਹੇਠ ਦਬਿਆ ਹੋਇਆ ਹੈ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਰ ਸਾਲ ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਕਰ ਰਹੇ ਨੇ, ਉਹ ਕਿਸਾਨ ਜਿਹੜੇ ਨੇ ਉਹ ਹੋਰ ਜ਼ਿਆਦਾ ਆਰਥਿਕਤਾ ਦੇ ਬੋਝ ਹੇਠ ਦਬ ਜਾਣਗੇ। ਮੈਂ ਤੁਹਾਡੇ ਕੋਲੋਂ ਇੱਕ ਗੱਲ ਹੋਰ ਸਮਝਣੀ ਚਾਹੁੰਦਾ, ਜਿਹੜਾ ਕਿ ਇੱਕ ਆਮ ਦਰਸ਼ਕ ਦਾ ਸਵਾਲ ਵੀ ਹੋ ਸਕਦਾ ਹੈ। ਅਗਰ ਇਹ ਬਿੱਲ ਲਾਗੂ ਹੁੰਦਾ ਹੈ, ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਤੁਹਾਡਾ ਕਹਿਣ ਦਾ ਮਤਲਬ ਤਾਂ ਇਹੀ ਹੈ ਨਾ। ਪਿਛਲੇ ਲੰਮੇ ਸਮੇਂ ਤੋਂ ਕਿਸਾਨ ਖੁਦਕੁਸ਼ੀਆਂ ਕਰਦੇ ਆ ਰਹੇ ਨੇ, ਇਹਦੇ ਪਿੱਛੇ ਤਾਂ ਬਿੱਲ ਦਾ ਕੋਈ ਕਾਰਨ ਨਹੀਂ ਨਾ ਹੋ ਸਕਦਾ। ਦੇਖੋ, ਜਿਹੜੀ ਨਾ ਕੇਵਲ ਪੰਜਾਬ 'ਚ ਬਲਕਿ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੀ ਜਿਹੜੀ ਪ੍ਰੋਡਿਊਸ ਹੈ, ਹੁਣ ਮੈਨੂੰ ਦੱਸੋ ਕਿ ਜਿਸ ਨੇ ਇੱਕ ਕੱਪੜਾ ਤਿਆਰ ਕੀਤਾ ਹੋਏਗਾ, ਇੱਕ ਕੱਪੜੇ ਦਾ ਮੈਨੂਫੈਕਚਰਰ ਮਾਰਕੀਟ ਵਿੱਚ ਜਿਸ ਵੇਲੇ ਜਾਂਦਾ ਨਾ, ਉਹਦਾ ਪ੍ਰਾਈਸ ਉਹ ਡਿਟਰਮਿਨ ਕਰਦਾ ਹੈ।
ਕਿਸਾਨ ਦੀ ਪ੍ਰੋਡਿਊਸ ਦਾ ਰੇਟ ਕੌਣ ਡਿਟਰਮਿਨ ਕਰਦਾ ਹੈ? ਸਰਕਾਰ ਕਰਦੀ ਹੈ ਨਾ। ਇਸ ਵੇਲੇ ਵੀ MSP ਹੈਗੀ ਹੈ ਨਾ, ਲੇਕਿਨ MSP ਕੀ ਪ੍ਰੈਕਟੀਕਲੀ ਉਹ ਚੀਜ਼ ਇੰਪਲੀਮੈਂਟ ਹੋ ਰਹੀ ਹੈ? ਨਹੀਂ ਹੋ ਰਹੀ। ਕਿਸਾਨ ਨੂੰ ਆਪਣੇ ਪ੍ਰੋਡਿਊਸ ਦਾ ਪੂਰਾ ਮੁੱਲ ਅੱਜ ਵੀ ਨਹੀਂ ਮਿਲ ਰਿਹਾ। ਰੀਜ਼ਨ ਕੀ ਹੈ ਕਿ ਸਰਕਾਰੀ ਮੰਡੀਆਂ ਜਿਹੜੀ ਸਰਕਾਰੀ ਮੰਡੀਆਂ ਨੇ, ਉਹਨਾਂ ਮੰਡੀਆਂ ਦੇ ਵਿੱਚ ਵੀ ਐਕਸਪਲੋਇਟੇਸ਼ਨ ਕਿਸਾਨ ਦੀ ਹੋ ਰਹੀ ਹੈ। ਹੁਣ ਕਿਸਾਨ ਦਿਨ ਪੇ ਦਿਨ ਆਰਥਿਕਤਾ ਦੇ ਬੋਝ ਹੇਠ ਦਬ ਰਿਹਾ ਹੈ। ਤੁਸੀਂ ਕਦੀ ਸੁਣਿਆ ਕਿ ਫਲਾਣੇ ਕਾਰਖਾਨੇਦਾਰ ਨੇ, ਫਲਾਣੇ ਦੁਕਾਨਦਾਰ ਨੇ ਆਰਥਿਕਤਾ ਦੇ ਬੋਝ ਹੇਠ ਆ ਕਰਕੇ ਖੁਦਕੁਸ਼ੀ ਕਰ ਲਈ ਹੋਏ? ਨਹੀਂ ਕੀਤੀ। ਕਿਸਾਨ ਕਿਉਂ ਕਰਦਾ ਹੈ? ਕਿਸਾਨ ਦਾ 2 ਲੱਖ ਦਾ ਕਰਜ਼ਾ ਹੈ ਨਾ, ਤੇ ਬੈਂਕ ਵਾਲੇ ਜਾ ਕਰਕੇ ਉਹਦਾ ਜਲੂਸ ਕੱਢ ਦਿੰਦੇ ਨੇ। ਤੇ ਜਿਹੜੇ ਵੱਡੇ ਕਾਰਖਾਨੇਦਾਰ ਨੇ, ਵੱਡੇ ਜਿਹੜੇ ਕਾਰਪੋਰੇਟ ਸੈਕਟਰ ਵਾਲੇ ਨੇ, ਔਰ ਇਸ ਵੇਲੇ ਤਾਂ ਹਾਲਾਤ ਇਹ ਬਣੇ ਨੇ ਕਿ ਗੁਜਰਾਤ ਦੇ ਵਿੱਚੋਂ ਮੈਕਸਿਮਮ ਬੰਦੇ ਬੈਂਕਾਂ ਦਾ ਅਰਬਾਂ ਰੁਪਈਆ ਲੈ ਕਰਕੇ ਭਗੌੜੇ ਹੋਏ ਨੇ। ਕਦੀ ਉਹਨਾਂ ਨੇ ਵੀ ਖੁਦਕੁਸ਼ੀ ਕੀਤੀ ਹੈ? ਕਿਸਾਨ ਕਿਉਂ ਕਰਦਾ ਹੈ? ਛੋਟੇ ਦੁਕਾਨਦਾਰ ਵੀ ਜਿਹੜੇ ਨੇ ਬੈਂਕਾਂ ਤੋਂ ਕਰਜ਼ਾ ਲੈ ਕੇ ਚੱਲਦੇ ਨੇ। ਕਦੀ ਕਿਸੇ ਦੁਕਾਨਦਾਰ ਨੇ ਸ਼ਹਿਰ ਦੇ ਵਿੱਚ, ਕਿਸੇ ਗਲੀ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਦੁਕਾਨਦਾਰ ਨੇ ਕਦੀ ਕੋਈ ਖੁਦਕੁਸ਼ੀ ਕੀਤੀ ਹੈ? ਕਦੀ ਕਿਸੇ ਨੇ ਕਾਰ ਦਾ ਲੋਨ ਲਿੱਤਾ ਹੋਏ, ਸਕੂਟਰ ਦਾ ਲੋਨ ਲਿੱਤਾ ਹੋਏ, ਹਾਊਸ ਲੋਨ ਲਿੱਤਾ ਹੋਏ, ਉਹ ਖੁਦਕੁਸ਼ੀ ਕਰਦਾ? ਨਹੀਂ ਕਰਦਾ। ਮੈਂ ਤਾਂ ਨਹੀਂ ਸੁਣਿਆ ਕਦੀ। ਕਿਸਾਨ ਕਿਉਂ ਕਰਦਾ ਹੈ? ਕਿਉਂਕਿ ਕਿਸਾਨ ਦੀ ਬਾਂਹ ਫੜਨ ਵਾਲਾ ਕੋਈ ਵੀ ਨਹੀਂ ਹੈਗਾ। ਕਿਸਾਨ ਦੇ ਲੋਨਸ ਨੂੰ ਮਾਫ ਕਰਨ ਵਾਸਤੇ ਕੋਈ ਸਕੀਮਾਂ ਹੀ ਨਹੀਂ ਹੈਗੀਆਂ। ਦੁਕਾਨਦਾਰਾਂ ਦੇ ਲੋਨ ਤਾਂ NPA ਬਣ ਜਾਂਦੇ ਨੇ, ਔਰ NPA ਰਾਈਟ ਆਫ ਵੀ ਹੋ ਜਾਂਦੇ ਨੇ, ਤੇ ਕਿਸਾਨਾਂ ਦੇ ਲੋਨ ਜਿਹੜੇ ਨੇ ਉਹ ਰਾਈਟ ਆਫ ਨਹੀਂ ਕੀਤੇ ਜਾਂਦੇ। ਨਤੀਜਾ ਕੀ ਹੁੰਦਾ ਹੈ ਕਿ ਕਿਸਾਨ ਦੇ ਨਾਲ ਜਿਹੜਾ ਹੈ ਅੱਜ ਦੀ ਡੇਟ ਵਿੱਚ ਵੀ ਇੱਕ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਦਿੱਲੀ ਜਿਹੜਾ ਮੋਰਚਾ ਚੱਲਦਾ ਪਿਆ, ਇਹਦੇ ਵਿੱਚ ਸਫਲਤਾ ਕਿਵੇਂ ਹਾਸਲ ਹੋਏਗੀ ਔਰ ਇਹ ਸਫਲਤਾ ਕਿੰਨੀ ਕੁ ਦੂਰ ਹੈ? ਇਹਦੇ ਬਾਰੇ ਤੁਹਾਡੀ ਕੀ? ਦੇਖੋ, ਅਗਰ ਅਸੀਂ ਇਸ ਦਾ ਪੜਾਅਵਾਰ ਐਨਾਲਿਸਿਸ ਕਰੀਏ, 25 ਸੈਪਟੰਬਰ ਤੋਂ ਪੰਜਾਬ ਦੇ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਗਏ ਸੀ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ। ਔਰ ਉਹਦੇ ਬਾਅਦ 25 ਨਵੰਬਰ ਨੂੰ ਪੰਜਾਬ ਦੇ ਕਿਸਾਨਾਂ ਨੇ ਸਾਰੀ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਦਿੱਲੀ ਕੂਚ ਕਰਨ ਦਾ ਫੈਸਲਾ ਕਰ ਲਿਆ ਸੀਗਾ। ਔਰ ਉਹ ਸਾਰਾ ਕੁਝ 2 ਮਹੀਨੇ ਪੰਜਾਬ ਦੇ ਵਿੱਚ ਇਹ ਚੱਲਿਆ ਨਾ ਐਜੀਟੇਸ਼ਨ, ਉਹਦੇ ਵਿੱਚ ਪੰਜਾਬ ਦੇ ਲੋਕਾਂ ਜਾਗਰਤੀ ਆ ਗਈ। ਉਹ ਜਿਹੜਾ ਸਮਾਂ ਸੀ ਨਾ, ਉਹ ਸਮਾਂ ਜਾਗਰਤੀ ਪੈਦਾ ਕਰਨ, ਜਾਗਰਤੀ ਲਹਿਰ ਸੀਗੀ। ਅਸਲੀ ਸੰਘਰਸ਼ ਦਾ ਮੁੱਢ ਪੰਜਾਬ ਦੇ ਕਿਸਾਨਾਂ ਨੇ 2 ਮਹੀਨੇ ਕਿਤੇ ਸ਼ੰਭੂ ਬਾਰਡਰ ਤੇ, ਕਿਤੇ ਲੁਧਿਆਣੇ, ਕਿਤੇ ਹੋਰ ਥਾਵਾਂ ਤੇ, ਵੱਖ-ਵੱਖ ਥਾਵਾਂ ਦੇ ਵਿੱਚ ਆਪਣੇ ਧਰਨੇ ਲਾ ਕਰਕੇ ਇੱਕ ਜਾਗਰਤੀ ਲਹਿਰ ਘਰੋਂ ਘਰੀ ਪਹੁੰਚਾਤੀ ਸੀਗੀ। ਔਰ ਉਹਦੇ ਵਿੱਚ ਨਾ ਕੇਵਲ ਕਿਸਾਨਾਂ ਤੱਕ ਜਾਗਰਤੀ ਲਹਿਰ ਪਹੁੰਚੀ, ਬਲਕਿ ਸਮਾਜ ਦੇ ਹਰ ਵਰਗ ਤੱਕ ਇਹ ਗੱਲਾਂ ਪਹੁੰਚ ਗਈਆਂ ਕਿ ਬੇਇਨਸਾਫੀ ਹੋ ਗਈ। ਉਸ ਵੇਲੇ ਮਾਫ ਕਰਨਾ, ਬਾਕੀ ਰਾਜ ਜਿਹੜੇ ਸੀਗੇ, ਸੂਬੇ ਜਿਹੜੇ ਸੀਗੇ, ਉਹਦੇ ਕਿਸਾਨ ਸੁੱਤੇ ਪਏ ਸੀ। ਸਾਰੇ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਸੀਗੇ ਵੀ ਪੰਜਾਬ ਦੇ ਕਿਸਾਨਾਂ ਨੇ ਮੋਰਚਾ ਵਿੱਢਿਆ ਹੋਇਆ। ਲੇਕਿਨ ਜਦ 25 ਨਵੰਬਰ ਆਈ, ਪੰਜਾਬ ਦੇ ਕਿਸਾਨ ਇੱਥੋਂ ਤਿਆਰੀ ਕਰਕੇ ਤੁਰੇ। ਉਹ ਜੇ ਪੰਜਾਬ ਦੇ ਕਿਸਾਨ ਤਿਆਰੀ ਕਰਕੇ ਤੁਰੇ, ਹਰਿਆਣੇ ਦੇ ਵਿੱਚੋਂ ਜੇ ਲੰਘੇ, ਦੁਨੀਆ ਨੇ ਵੇਖਿਆ, ਉਹਦੇ ਨਾਲ ਬਾਕੀਆਂ ਨੂੰ ਵੀ ਬਲ ਮਿਲਿਆ। ਮੈਂ ਤੁਹਾਨੂੰ ਦੱਸ ਰਿਹਾ ਸਫਲਤਾ, ਗੱਲ ਅਸੀਂ ਸਫਲਤਾ ਦੀ ਕਰ ਰਹੇ ਹਾਂ। 2 ਮਹੀਨੇ ਸਫਲਤਾ ਇੱਥੇ ਹਾਸਲ ਹੋਈ ਜਾਗਰਤੀ ਲਹਿਰ ਦੇ ਨਾਲ, ਠੀਕ ਹੈ। ਜਿਸ ਵੇਲੇ ਇੱਥੋਂ ਸ਼ੰਭੂ ਬਾਰਡਰ ਕ੍ਰਾਸ ਕੀਤਾ, ਹਰਿਆਣੇ 'ਚ ਵੜੇ, ਸਾਰੀ ਦੁਨੀਆ ਨੇ ਵੇਖਿਆ, ਦੇਸ਼ਾਂ ਵਿਦੇਸ਼ਾਂ ਨੇ ਵੇਖਿਆ, ਇਹ ਸਫਲਤਾ ਸੀਗੀ ਕਿ ਜਿਹੜੇ ਵੱਡੇ ਪੱਥਰ ਵੀ ਸੀਗੇ ਨਾ, ਉਹ ਉਹਨਾਂ ਨੇ ਜਿੱਦਾਂ ਬੱਚਿਆਂ ਦੇ ਖਿਡੌਣੇ ਹੁੰਦੇ ਨੇ ਨਾ, ਉਹਦਾ ਚੁੱਕ ਕੇ ਬਾਹਰ ਸੁੱਟਦੇ। ਪਾਣੀ ਦੀ ਉਛਾੜਾਂ ਨੂੰ ਆਪਣੀ ਛਾਤੀ ਤੇ ਬਰਦਾਸ਼ਤ ਕੀਤਾ। ਸਫਲਤਾ, ਮੈਂ ਸਫਲਤਾ ਦੀ ਗੱਲ ਕਰ ਰਿਹਾ। ਪਾਣੀ ਦੀ ਵਿਛਾੜਾਂ ਨੂੰ ਛਾਤੀ ਤੇ ਐਦਾਂ ਕੀਤਾ ਜਿੱਦਾਂ ਕਿ ਬਾਰਿਸ਼ ਆਉਂਦੀ ਹੈ ਨਾ ਤੇ ਬੱਚੇ ਨਹਾਉਂਦੇ ਨੇ, ਚਾਈ ਬੱਚੇ ਨਹਾਉਂਦੇ ਨੇ। ਉੱਦਾਂ ਸਾਡੇ ਜਵਾਨਾਂ ਨੇ ਨਾ, ਸਾਡੇ ਨੌਜਵਾਨਾਂ ਨੇ, ਬਜ਼ੁਰਗਾਂ ਨੇ ਕਿਹਾ ਤੁਸੀਂ ਪਰੇ ਹਟ ਜਾਓ, ਇਹਨੂੰ ਅਸੀਂ ਫੇਸ ਕਰਾਂਗੇ। ਛਾਤੀਆਂ ਦੇ ਉੱਤੇ ਪਾਣੀ ਦੀ ਵਿਛਾੜਾਂ ਫੇਸ ਕੀਤੀਆਂ।
ਅਥਰੂ ਗੈਸ ਦੇ ਗੋਲੇ ਸੀਗੇ ਨਾ, ਅਥਰੂ ਗੈਸ ਦੇ ਗੋਲਿਆਂ ਨੂੰ ਇੱਕ ਖਿਡੌਣਾ ਸਮਝ ਕੇ ਉਹਨਾਂ ਦੇ ਹੀ ਅਥਰੂ ਗੈਸ ਦੇ ਗੋਲੇ ਉਹਨਾਂ ਤੇ ਸੁੱਟੇ ਪੁਲਿਸ ਵਾਲੇ ਤੇ। ਸਫਲਤਾ, ਇਹ ਸਾਰੀ ਸਫਲਤਾ ਜਿਹੜੀ ਸੀ ਨਾ, ਇਸ ਨੇ ਵੱਖ-ਵੱਖ ਰਾਜਾਂ ਦੇ ਸੂਬਿਆਂ ਦੇ ਕਿਸਾਨਾਂ ਨੂੰ ਬਲ ਦਿੱਤਾ। ਤੇ ਮੈਂ ਧੰਨਵਾਦੀ ਹਾਂ ਤੇ ਪ੍ਰਸ਼ੰਸਕ ਹਾਂ ਹਰਿਆਣੇ ਦੇ ਕਿਸਾਨਾਂ ਦਾ, ਜਿਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਪੰਜਾਬ ਦੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੋਰਿਆ। ਔਰ ਇਹ ਸਾਡੀ ਸਫਲਤਾ ਦੀ ਨਿਸ਼ਾਨੀ ਸੀ। ਫਿਰ ਸਭ ਤੋਂ ਵੱਡੀ ਜਿਹੜੀ ਸਫਲਤਾ ਜਿਹੜੀ ਸੀ ਨਾ, ਮੈਂ ਸਮਝਦਾ ਕਿ ਉਹ ਹੈਗਾ ਕਿ ਡਿਸਪਲਿਨ, ਅਨੁਸ਼ਾਸਨ। ਅਨੁਸ਼ਾਸਨ ਘਰ ਦੇ ਵਿੱਚ ਹੋਏ, ਸਫਲਤਾ ਦੀ ਕੁੰਜੀ ਹੈ। ਕਲਾਸ ਵਿੱਚ, ਕਾਲਜ ਵਿੱਚ, ਸਕੂਲ ਵਿੱਚ ਹੋਏ, ਸਫਲਤਾ ਦੀ ਕੁੰਜੀ ਹੈ। ਅੱਜ ਸਾਡੇ ਸੰਘਰਸ਼ ਦੇ ਵਿੱਚ ਜਿੰਨੀ ਸਾਨੂੰ ਸਫਲਤਾ ਹਾਸਲ ਹੋ ਰਹੀ ਹੈ, ਔਰ ਇਹ ਸਫਲਤਾ ਦਾ ਦੇਖੋ ਸ਼ਿਖਰ ਕੀ ਹੈ। ਸ਼ਿਖਰ ਹੈਗਾ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਵਿਦਆਊਟ ਐਨੀ ਰਾਜਨੀਤੀ, ਵਿਦਆਊਟ ਐਨੀ ਪੋਲਿਟਿਕਸ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਹੈ, ਅਮਰੀਕਾ ਦੇ ਲੋਕ ਬੋਲ ਰਹੇ ਨੇ, ਇੰਗਲੈਂਡ ਦੇ ਵਿੱਚ ਸੈਨੇਟਰਸ ਬੋਲ ਰਹੇ ਨੇ, ਐਮਪੀਜ਼ ਬੋਲ ਰਹੇ ਨੇ, ਲਾਰਡਸ ਬੋਲ ਰਹੇ ਨੇ। ਇਹ ਸਫਲਤਾ ਹੈ। ਅੱਜ ਪੂਰੇ ਵਿਸ਼ਵ ਦੇ ਵਿੱਚ ਸਾਡੇ ਇਸ ਅਨੁਸ਼ਾਸਨਮਈ ਸੰਘਰਸ਼ ਦੀ ਬੱਲੇ ਬੱਲੇ ਹੋ ਰਹੀ ਹੈ। ਇਹ ਸਾਡੀ ਸਫਲਤਾ ਦੀ ਕੁੰਜੀ ਹੈ। ਹੋਰ ਮੈਂ ਇਹ ਗੱਲ ਕਹਿਣ ਸੰਕੋਚ ਨਹੀਂ ਕਰਾਂਗਾ ਕਿ ਇਸ ਸਫਲਤਾ ਦੇ ਵਿੱਚ ਸਾਡੇ ਨੌਜਵਾਨ, ਸਾਡੀਆਂ ਮਾਤਾਵਾਂ, ਭੈਣਾਂ, ਬੀਬੀਆਂ, ਬੱਚੇ, 6-6 ਸਾਲ, 7-7 ਸਾਲ ਦੇ ਬੱਚੇ, ਕਈ ਤੁਸੀਂ ਦੇਖਿਆ ਕਿ ਇੱਕ 7 ਸਾਲ ਦਾ ਬੱਚਾ, 6 ਸਾਲ ਦਾ ਬੱਚਾ ਆਪਣੇ ਮਾਤਾ ਪਿਤਾ ਨੂੰ ਦੱਸੇ ਬਗੈਰ ਸਿੰਘੂ ਬਾਰਡਰ ਤੇ ਪਹੁੰਚ ਗਿਆ। ਗਿਆ ਸੀਗਾ ਸਕੂਲ, ਗਿਆ ਸੀ ਕਿਸੇ ਕੰਮ, ਉਹ ਉੱਥੇ ਪਹੁੰਚ ਗਿਆ। ਉਹਦੀ ਵੀਡੀਓ ਆਈ ਹੈ, ਉਹ ਕਹਿੰਦਾ ਮੈਨੂੰ ਤਾਂ ਇਹ ਪ੍ਰੇਰਣਾ ਗੁਰੂਆਂ ਕੋਲ ਮਿਲ ਰਹੀ ਹੈ। ਇਹ ਸਫਲਤਾ ਦੀਆਂ ਚਰਮ ਸੀਮਾ ਦੀਆਂ ਸਾਡੀਆਂ ਪੌੜੀਆਂ ਨੇ। ਔਰ ਅੱਜ 26 ਜਨਵਰੀ ਵਾਲੇ ਦਿਨ, ਅੱਜ 24 ਜਨਵਰੀ ਹੈ, ਪਰਸੋਂ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਭਰਾਵਾਂ ਨੇ ਦਿੱਲੀ ਜਾ ਕਰਕੇ ਰੈਲੀ ਕਰਨੀ ਹੈ। ਇਹ ਸਫਲਤਾ ਹੈ ਕਿ ਅੱਜ ਸੁਪਰੀਮ ਕੋਰਟ ਵੀ ਹੱਥ ਖੜੇ ਕਰ ਗਈ, ਦਿੱਲੀ ਦੀ ਸਰਕਾਰ ਹੱਥ ਖੜੇ ਕਰ ਗਈ। ਸਾਡੇ ਸਵਾਲਾਂ ਦੇ ਜਵਾਬ, ਕਿਸਾਨ ਜਥੇਬੰਦੀਆਂ ਦੇ ਸਵਾਲਾਂ ਦੇ ਜਵਾਬ ਇਹਨਾਂ ਕੋਲ ਨਹੀਂ ਹੈਗੇ। ਅੱਜ ਦਿੱਲੀ ਪੁਲਿਸ ਨੇ ਵੀ ਕਹਿਤਾ ਵੀ ਇਹਨਾਂ ਦੀ ਟਰੈਕਟਰ ਟਰਾਲੀ ਨੂੰ ਅਸੀਂ ਪਰਮਿਸ਼ਨ ਦਿੰਦੇ ਹਾਂ। ਸੁਪਰੀਮ ਕੋਰਟ ਨੇ ਪਾਸਾ ਵੱਟ ਲਿਆ। ਇਸ ਕਰਕੇ ਵੱਟ ਲਿਆ ਕਿ ਸੁਪਰੀਮ ਕੋਰਟ ਨੂੰ ਪਤਾ ਸੀਗਾ ਕਿ ਭਈ ਜਿਸ ਸਟੇਜ ਤੇ ਇਹ ਅੰਦੋਲਨ ਪਹੁੰਚ ਚੁੱਕਿਆ ਹੈ, ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਦਾ ਆਰਡਰ ਵੀ ਨਹੀਂ ਮੰਨਣਾ। ਅਸੀਂ ਮੰਨੀਏ ਕਿਉਂ? ਕਿਉਂਕਿ ਸੁਪਰੀਮ ਕੋਰਟ ਦਾ ਵੈਸੇ ਹੀ ਇੱਕ ਸੈਫਰਨਾਈਜ਼ ਹੋ ਚੁੱਕਿਆ, ਉਹਦਾ ਵੀ ਭਗਵਾਂਕਰਨ ਹੋ ਚੁੱਕਿਆ। ਸੋ ਪਤਾ ਹੈ ਇਹ ਐਕਸਪੋਜ਼ ਹੋ ਚੁੱਕੇ ਨੇ, ਸਰਕਾਰਾਂ ਨੰਗੀਆਂ ਹੋ ਚੁੱਕੀਆਂ ਨੇ, ਪੁਲਿਸ ਪ੍ਰਸ਼ਾਸਨ ਨੰਗਾ ਹੋ ਚੁੱਕਿਆ ਹੈ, ਪ੍ਰਧਾਨ ਮੰਤਰੀ ਨੰਗਾ ਹੋ ਚੁੱਕਿਆ ਹੈ। ਜਿਸ ਪ੍ਰਧਾਨ ਮੰਤਰੀ ਨੂੰ ਕੋਲ 2 ਸ਼ਬਦ ਸਿੰਪਥੀ ਦੇ ਨਹੀਂ ਹੈਗੇ ਕਿ ਭਈ 150 ਤੋਂ ਵੱਧ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ, ਮੈਂ ਘੱਟੋ ਘੱਟ ਮੈਂ ਉਹਨਾਂ ਨਾਲ ਹਮਦਰਦੀ ਤਾਂ ਪ੍ਰਗਟ ਕਰ ਦੇਵਾਂ। ਸੋ ਕਿੰਨੇ ਕੁ ਨੰਗੇ ਹੋ ਚੁੱਕੇ, ਸਰਕਾਰ ਨੰਗੀ ਹੋ ਚੁੱਕੀ ਹੈ। ਸਰਕਾਰ ਤੇ ਮਿਨਿਸਟਰ, ਪ੍ਰਾਈਮ ਮਿਨਿਸਟਰ, ਰਾਸ਼ਟਰਪਤੀ, ਸੁਪਰੀਮ ਕੋਰਟ, ਇਹ ਸਭ ਨੰਗੇ ਹੋ ਚੁੱਕੇ ਨੇ। ਪ੍ਰਸ਼ਾਸਨ ਨੰਗਾ ਹੋ ਚੁੱਕਿਆ ਕਿ ਪ੍ਰਸ਼ਾਸਨ ਦੇ ਪੱਲੇ ਇਸ ਵੇਲੇ ਕੁਝ ਨਹੀਂ ਹੈਗਾ। ਨੈਤਿਕ ਤੌਰ ਤੇ ਦੇਖਿਆ ਜਾਏ ਸਰਕਾਰ ਹਾਰ ਚੁੱਕੀ ਹੈ, ਸਰਕਾਰ ਦੇ ਪੱਲੇ ਕੱਖ ਨਹੀਂ ਹੈਗਾ। ਸਿਰਫ ਤੇ ਸਿਰਫ ਉਹਨਾਂ ਦਾ ਇੱਕ ਅੜੀਅਲ ਰਵੱਈਆ ਹੈ ਕਿ ਭਈ ਜੇ ਅਸੀਂ ਕਹਿਤਾ ਕਿ 3 ਕਾਨੂੰਨ ਅਸੀਂ ਰੱਦ ਕਰ ਰਹੇ ਹਾਂ, ਠੀਕ ਹੈ, ਕਰਨੇ ਪੈਣੇ ਨੇ। ਅੱਜ ਨਹੀਂ ਕਰਨਗੇ, ਕੱਲ ਕਰਨਗੇ, 26 ਜਨਵਰੀ ਦੇ ਬਾਅਦ ਕਰਨਗੇ, ਕਿਉਂਕਿ ਕਿਸਾਨਾਂ ਦੇ ਕੋਲ ਬੜਾ ਵੱਡਾ ਥਿੰਕ ਟੈਂਕ ਵੀ ਕੰਮ ਕਰ ਰਿਹਾ ਹੈ। ਔਰ ਉਹਨਾਂ ਨੇ ਇਹਦੇ ਬਾਅਦ ਸ਼ਾਂਤੀ ਨਾਲ ਨਹੀਂ ਬੈਠਣਾ, ਇਹ ਪ੍ਰੋਗਰਾਮ ਚੱਲਦੇ ਰਹਿਣੇ ਨੇ ਜਦ ਤੱਕ ਕਿ ਸਰਕਾਰ 3 ਕਾਨੂੰਨ ਜਿਹੜੇ ਨੇ ਰੱਦ ਨਹੀਂ ਕਰ ਦਿੰਦੀ। ਸੋ ਇਸ ਕਰਕੇ ਇਹ ਕਿਸਾਨ ਮੋਰਚਾ, ਮੈਂ ਆਪਟੀਮਿਸਟਿਕ ਹਾਂ, ਮੈਂ ਆਸ਼ਾਵਾਦੀ ਹਾਂ। ਆਸ਼ਾਵਾਦੀ ਕਿਉਂ ਹਾਂ? ਕਿਉਂਕਿ ਗੁਰਬਾਣੀ ਦਾ ਸਹਾਰਾ ਲਈਦਾ, ਗੁਰਬਾਣੀ ਦਾ ਸਹਾਰਾ ਲੈ ਕਰਕੇ, ਗੁਰੂ ਨਾਨਕ ਦਾ ਸਹਾਰਾ ਲੈ ਕਰਕੇ, ਗੁਰੂ ਨਾਨਕ ਸਾਹਿਬ ਦਾ ਪੱਲਾ ਫੜ ਕੇ ਹਮੇਸ਼ਾ ਅਸੀਂ ਆਸ਼ਾਵਾਦੀ ਹੋ ਕੇ ਤੁਰੇ ਹਾਂ। ਔਰ ਚੇਤੇ ਰੱਖਿਓ, ਦਿਨ ਦਾ ਆਪੋਜ਼ਿਟ ਰਾਤ ਹੈ, ਸੁੱਖ ਦਾ ਆਪੋਜ਼ਿਟ ਦੁੱਖ ਹੈ, ਲੇਕਿਨ ਸਾਨੂੰ ਗੁਰੂ ਨੇ ਨਾ ਇੱਕ ਸ਼ਬਦ ਦਿੱਤਾ, ਚੜ੍ਹਦੀ ਕਲਾ। ਚੜ੍ਹਦੀ ਕਲਾ ਦਾ ਆਪੋਜ਼ਿਟ ਸਮਾਜ ਵਿੱਚ ਵਰਤੋਂ ਵਿੱਚ ਨਹੀਂ ਆਉਂਦਾ, ਵਰਤੋਂ ਵਿੱਚ ਨਹੀਂ ਆਉਂਦਾ, ਡਿਕਸ਼ਨਰੀਆਂ ਦੇ ਵਿੱਚ ਨਹੀਂ ਮਿਲੇਗਾ।
ਚੜ੍ਹਦੀ ਕਲਾ ਇੱਕ ਐਸਾ ਸ਼ਬਦ ਹੈ ਜਿਸ ਵੇਲੇ ਸਾਨੂੰ ਪੁੱਠਾ ਹੋ ਕੇ ਲਟਕਾਇਆ ਜਾਂਦਾ ਨਾ, ਬੰਦ ਕਟਾਏ ਜਾਂਦੇ ਨੇ ਨਾ, ਹਾਰ ਗਲਿਆਂ 'ਚ ਬੋਚਿਆਂ ਤੇ ਟੋਟੇ ਟੋਟੇ ਕਰਕੇ ਪਵਾਏ ਜਾਂਦੇ ਨੇ ਨਾ, ਤੇ ਕੋਈ ਪੁੱਛ ਲੈ ਮਾਤਾ ਤੇਰਾ ਹੁਣ ਹਾਲ ਕੀ ਹੈ, ਉਹਦਾ ਚੜ੍ਹਦੀ ਕਲਾ। ਚੜ੍ਹਦੀ ਕਲਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ, ਅਕਾਲ ਪੁਰਖ ਦੇ ਘਰ ਤੋਂ ਇੱਕ ਐਸਾ ਸ਼ਬਦ ਮਿਲਿਆ ਹੈ ਜਿਹਦਾ ਆਪੋਜ਼ਿਟ ਸਮਾਜ ਦੇ ਵਰਤਾਰੇ ਵਿੱਚ ਕਿਤੇ ਆਉਂਦਾ ਹੀ ਨਹੀਂ। ਸੋ ਕਿਸਾਨ ਜਥੇਬੰਦੀਆਂ ਦੇ ਸਮਰਥਕ ਸਾਰੇ ਇਸ ਵੇਲੇ ਚੜ੍ਹਦੀ ਕਲਾ 'ਚ ਨੇ, ਔਰ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨਾਲ ਸਾਡਾ ਮੋਰਚਾ ਫਤਿਹ ਹੋਏਗਾ। ਤੇ ਇਸ ਮੋਰਚੇ ਦੇ ਫਤਿਹ ਹੋਣ ਦੇ ਬਾਅਦ ਮੈਂ ਸਮਝਦਾ ਕਿ ਕਿਸਾਨਾਂ ਨੂੰ ਜਿੱਥੇ ਉਹਨਾਂ ਦੇ ਹੱਕ ਮਿਲਣਗੇ ਉੱਥੇ ਨਾਲ ਦੇ ਨਾਲ ਸਿੱਖ ਕੌਮ ਨੂੰ ਵੀ ਇੱਕ ਸੁੱਖ ਦਾ ਸਾਹ ਆਏਗਾ। ਇਹ ਮੇਰੇ ਆਪਣੀ ਵਿਸ਼ਵਾਸ ਹੈ। ਇਹ ਸਨ ਪ੍ਰੋਫੈਸਰ ਬਲਜਿੰਦਰ ਸਿੰਘ ਜੀ। ਬਹੁਤ ਜਲਦ ਦੁਬਾਰਾ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।